ਬੈਠੇ ਆ ਬਾਰ ਦੇ ਵਿੱਚ ਮੱਝਾਂ ਲੈਣ ਆਏ ਆ, ਤੀਸਰਾ ਚੌਥਾ ਦਿਨ ਹੋ ਗਿਆ ਤੇ ਇੱਥੇ ਤੁਹਾਨੂੰ ਜਿਹੜਾ ਨਾ ਬਾਰ ਦੀ ਮੱਝ ਦਾ ਤੇ ਬਾਰ ਤੋਂ ਇਲਾਵਾ ਜਿਹੜੀ ਮੱਝ ਏ ਚੰਗੀ ਤੇ ਹੌਲੀ ਮੱਝ ਦਾ ਫਰਕ ਕੀ ਹੈ, ਕਿਸ ਤਰ੍ਹਾਂ ਜੂ ਦੀ ਮੱਝ ਦੀ ਪਹਿਚਾਣ ਹੁੰਦੀ ਹੈ, ਗੱਲਾਂ ਸੁਣਨ ਵਾਲੀਆਂ ਹੋਣਗੀਆਂ, ਸਾਰੀ ਤੁਹਾਨੂੰ ਤਫਸੀਲ ਨਾਲ ਦੱਸਾਂਗੇ। ਇਹ ਭਾਈ ਨਾਸਰ ਨੇ ਸਾਰਾ ਦਿਨ ਨਾਲ ਸਾਡੇ ਖੱਜਲ ਖਰਾਬ ਹੁੰਦੇ ਨੇ, ਜਿਹੜੇ ਜੰਗਲੀਆਂ ਕੋ ਮੱਝਾਂ ਲਈਦੀਆਂ ਜਾ ਕੇ ਦਰਿਆ ਤੋਂ, ਉਹਨਾਂ ਨਾਲ ਇਹ ਡੀਲ ਕਰਦੇ ਨੇ। ਸਾਡੇ ਤੇ ਵਸੋ ਭਾਰਾ ਕੰਮ 4 ਲੱਖ ਵਾਲੀ ਦਾ ਮੰਗ ਲੈਂਦੇ ਨੇ ਆਰਾਮ ਨਾਲ 20 ਲੱਖ। ਇਹ ਚੌਧਰੀ ਹਬੀਬ ਸਾਹਿਬ ਨੇ ਸਾਡੇ, ਤੇ ਇਹ ਕੋ ਭਾਈ ਨਾਸਰ ਨਾਲ ਉਹ ਗੱਲ ਕਰਨਾ ਚਾਹ ਰਹੇ ਨੇ, ਉਹ ਸੁਣ ਲਵੋ ਫਿਰ ਤੁਹਾਨੂੰ ਬਾਰ ਦਾ ਤੇ ਦੂਜੀ ਮੱਝ ਦਾ ਫਰਕ ਦੱਸਦੇ ਆ। ਹਾਂ, ਇਹ ਲਾਲਾ ਹਬੀਬ ਜਿਹੜਾ ਹੈ ਨਾ, ਸ਼ਾਦੀ ਦਾ ਖਾਹਿਸ਼ਮੰਦ ਹੈ ਤੇ ਕਿਸੇ ਕੋਲ ਕੋ ਬੁੱਢੀ ਠੀਕ ਹੋਵੇ ਜਿਹੜੀ ਕੰਮ ਚੰਗਾ ਕਰੇ, ਬਾਂਡੇ ਬੁੰਡੇ ਧੋਵੇ ਤੇ ਰੋਟੀ ਰੋਟੀ ਚੰਗੀ ਪਕਾਵੇ, ਹਬੀਬ ਉਹਦੇ ਵਾਸਤੇ ਸ਼ਾਦੀ ਕਰਨਾ ਚਾਹੁੰਦਾ ਤੇ ਇਹਦੀ ਅੱਗੇ ਨਹੀਂ ਹੋਈ अगली लोड का ही नहीं ना सर को खुद को दी हुई है वो से आके अब माजे दे। हाँ, वो मैं सुबह नहीं ते लाला हबीब हुन कर लेगा इस उम्र च? हाँ कर ले सी। अच्छा वो चुड्डी इंदी जो तो बस लो दोस्तों, शुगल मेला इत्थे सारा दिन लगदा रहिंदा, यकीन मनो। ਉੱਥੇ ਆਪਣੇ ਪਿੰਡ ਹੋਈਏ ਤੇ ਬੋਰ ਹੋ ਜਾਈਦਾ, ਤੇ ਇੱਥੇ ਆ ਕੇ ਤੇ ਇੰਜ ਹੀ ਸਮਝ ਲਓ ਕਿ ਸੈਰੋ ਤਫਰੀਹ ਤੇ ਫਿਰਨ ਟੁਰਨ ਆਏ ਹੁੰਦੇ ਆ। ਬਾਹਰ ਦਾ ਜਿਹੜਾ ਫਰਕ ਹੈ ਨਾ, ਉਹਦੀ ਤੁਹਾਨੂੰ ਮਿਸਾਲ ਇਹ ਦਿੰਨਾ ਕਿ ਇੱਥੇ ਹੀ ਜਿਹੜੇ ਲੋਕ ਆ ਨਾ, ਮਤਲਬ ਕਹਿ ਲਓ ਕਿ ਪੰਜਾਬ ਵਾਲੇ ਏਰੀਏ ਦੇ, ਸਾਡੇ ਚੋਂ ਕਿਸੇ ਦਾ ਵੀ ਰੰਗ ਤੁਹਾਨੂੰ ਗੋਰਾ ਚਿੱਟਾ ਨਹੀਂ ਲੱਭਣਾ। ਕੋਈ ਇੱਕ ਅੱਧਾ ਸ਼ਾਦੋ ਨਾਦਰ ਬੰਦਾ ਹੁੰਦਾ ਜਿਹੜਾ ਗੋਰਾ ਚਿੱਟਾ ਹੁੰਦਾ, ਸੁਰਖ ਲਾਲ ਹੁੰਦਾ, ਕਿਉਂਕਿ ਸਾਡਾ ਮਾਹੌਲ ਇਸ ਤਰ੍ਹਾਂ ਦਾ ਕਿ ਇੱਥੇ ਗੋਰਾ ਚਿੱਟਾ ਹੋਣਾ ਜਿਹੜਾ ਨਾ ਉਹ ਪੋਸੀਬਲ ਹੀ ਨਹੀਂ ਹੁੰਦਾ। ਜਾਂ ਕੋਈ ਸ਼ਹਿਰੀ ਹੋਏ, ਕੋਈ ਮੰਮੀ ਡੈਡੀ ਹੋਏ ਤੇ ਉਹ ਗੋਰਾ ਚਿੱਟਾ ਹੁੰਦਾ, ਵਰਨਾ ਅਸੀਂ ਸਾਰੇ ਸਾਂਵਲੇ ਧੁੰਮੇ ਚੀਨੇ ਜੇ ਕਾਲੇ ਜਿਹੇ ਹੋਈ ਜਾਂਦੇ ਆ ਮਾਹੌਲ ਦੇ ਵਿੱਚ। ਅਸੀਂ ਕਸ਼ਮੀਰ ਵੱਲ ਜਾਈਏ ਜਾਂ ਆਜ਼ਾਦ ਕਸ਼ਮੀਰ ਵੱਲ ਜਾਈਏ ਜਾਂ ਪਰਾਂ ਨਰਾਨ ਕਗਾਨ ਵੱਲ ਜਾਈਏ, ਤੇ ਜਿਹੜੇ ਉਧਰ ਦੇ ਰਿਹਾਇਸ਼ੀ ਹੀ ਜਿੰਨੇ ਵੀ ਵੇਖਦੇ ਆ ਨਾ, ਉਹ ਸਾਰੇ ਲੋਕ ਤੁਹਾਨੂੰ ਗੋਰੇ ਚਿੱਟੇ ਨਜ਼ਰ ਆਉਣਗੇ। ਜਾਂ ਤੁਸੀਂ ਆਮ ਕਸ਼ਮੀਰੀ ਜਿਵੇਂ ਬੱਟ ਨੇ ਵਹਿੰਦੇ ਹੋਵੋਗੇ ਤੇ ਕਾਲਾ ਬੱਟ ਜਿਹੜਾ ਉਹ ਤੁਹਾਨੂੰ ਕਦੇ ਨਹੀਂ ਲੱਭੇਗਾ, ਬੜਾ ਔਖਾ ਲੱਭੇਗਾ। ਉਹ ਕਿਉਂ ਇਸ ਤਰ੍ਹਾਂ ਹੁੰਦਾ? ਉਹਨਾਂ ਦਾ ਜਿਹੜਾ ਮਾਹੌਲ ਹੈ, ਉਹਨਾਂ ਦਾ ਜਿਹੜਾ ਇਲਾਕਾ ਹੈ, ਉਹਨਾਂ ਦੀ ਜਿਹੜੀ ਖੁਰਾਕ ਹੈ, ਉਹਨਾਂ ਦਾ ਪਾਣੀ ਹੈ, ਉਹ ਐਸਾ ਹੁੰਦਾ ਹੈ ਕਿ ਉਹਦੇ ਨਾਲ ਉਹ ਆਪਣੇ ਮਾਹੌਲ ਦੇ ਵਿੱਚ ਐਸੇ ਐਡਜਸਟ ਹੋ ਜਾਂਦੇ ਨੇ ਕਿ ਉਹਨਾਂ ਦੇ ਕੋਈ ਚਿਹਰੇ ਤੇ ਮੈਲ ਨਹੀਂ ਹੁੰਦੀ, ਸਾਫ਼ ਸੁਥਰੇ ਹੁੰਦੇ ਨੇ, ਨੀਟ ਕਲੀਨ ਹੁੰਦੇ ਨੇ। ਸਾਡੇ ਨਾਲ ਉਹਨਾਂ ਦੀ ਰੰਗਤ ਦੇ ਵਿੱਚ, ਉਹਨਾਂ ਦੀ ਖੂਬਸੂਰਤੀ ਦੇ ਵਿੱਚ ਹਰ ਚੀਜ਼ 'ਚ ਫ਼ਰਕ ਹੁੰਦਾ। ਸਿਰਫ ਫ਼ਰਕ ਉਹਨਾਂ ਦੇ ਇਲਾਕੇ ਦਾ ਹੁੰਦਾ ਕਿ ਕਈ ਅਰਸੇ ਤੋਂ, ਕਈ ਦਹਾਈਆਂ ਸਦੀਆਂ ਤੋਂ ਉੱਥੇ ਹੀ ਰਹਿ ਰਹੇ ਨੇ। ਸੇਮ ਇੰਜ ਹੀ ਫ਼ਰਕ ਮੱਝਾਂ ਦਾ ਹੁੰਦਾ ਕਿ ਜੂ ਦੀ ਮੱਝ ਜਾਂ ਬਾਰ ਦੀ ਮੱਝ ਜਾਂ ਚੰਗੀ ਮੱਝ ਉਹਨੂੰ ਕਿਹਾ ਜਾਂਦਾ ਕਿ ਜਿਹੜੀ ਇਹ ਦਰਿਆ ਦੀ ਪਟੜੀ ਜਾਣ ਡਈ ਹੈ ਨਾ, ਤੇ ਦਰਿਆ ਦੇ 10 ਕਿਲੋਮੀਟਰ ਇੱਧਰ ਤਕਰੀਬਨ ਮਿਨੀਮਮ ਤੇ ਮੈਕਸੀਮਮ, ਤੇ 10 ਕਿਲੋਮੀਟਰ ਉੱਧਰ। ਜਿਹੜੀਆਂ ਇੱਧਰ 10 ਕਿਲੋਮੀਟਰ ਤੇ ਜਿਹੜੀਆਂ ਇੱਧਰ 10 ਕਿਲੋਮੀਟਰ ਤੇ ਲੋਕ ਮੱਝਾਂ ਪਾਲਦੇ ਨੇ ਨਾ, ਉਹ ਜੂ ਦੀ ਮੱਝ ਕਹਿਲਾਂਦੀ ਹੈ, ਉਹ ਬਾਰ ਦੀ ਮੱਝ ਹੁੰਦੀ ਹੈ, ਉਹ ਚੰਗੀ ਮੱਝ ਹੁੰਦੀ ਹੈ। ਹੁੰਦੀ ਕਿਉਂ ਚੰਗੀ ਹੈ ਕਿ ਜਿਹੜੀ ਦਰਿਆ ਦਾ ਪਾਣੀ ਲੱਗਦਾ ਨਾ ਜਿਹੜੀਆਂ ਜ਼ਮੀਨਾਂ ਨੂੰ, ਜਾਂ ਜਿਹੜੀਆਂ ਉਹਦੀਆਂ ਕਰੀਬ ਤਰੀਨ ਥੱਲੋਂ ਬੋਰਾਂ ਦਾ ਵੀ ਪਾਣੀ ਆਉਂਦਾ, ਉਹ ਪੱਠਿਆਂ ਦੇ ਵਿੱਚ ਹੀ ਹੋਰ ਜਾਨ ਹੁੰਦੀ ਹੈ। ਉਹ ਪੱਠਿਆਂ 'ਚ, ਉਹ ਪਾਣੀ ਦੇ ਵਿੱਚ, ਉਹ ਇਲਾਕੇ ਦੇ ਵਿੱਚ ਆਮ ਇਲਾਕੇ ਤੋਂ ਬਹੁਤੀ ਤਾਕਤ ਹੁੰਦੀ ਹੈ। ਮੱਝ ਬਹੁਤਾ ਨਿਖਾਰ ਲਿਆਉਂਦੀ ਹੈ। ਮੱਝਾਂ ਉਹ ਹੀ ਸੇਮ ਹੁੰਦੀਆਂ, ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਲੇਕਿਨ ਉੱਥੇ ਜਿਹੜੀਆਂ ਮੱਝਾਂ ਦੀ ਬਰੀਡ ਚੱਲਦੀ ਹੈ, ਕੰਮ ਹੁੰਦਾ ਨਾ, ਉਹ ਆਹਿਸਤਾ 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 ਆਮ ਮੱਝਾਂ ਨਾਲੋਂ ਬਹੁਤ ਜ਼ਿਆਦਾ ਅੱਛੀਆਂ ਹੋ ਜਾਂਦੀਆਂ ਨੇ। ਅਸੀਂ ਅਗਰ ਸਿਆਲਕੋਟ ਤੋਂ ਸ਼ੁਰੂ ਹੋਈਏ ਕਿ ਉੱਥੋਂ ਚਨਾਬ ਟੁਰਦਾ, ਫਿਰ ਲਾਹੌਰ ਆ ਕੇ ਰਾਵੀ ਟੁਰਦਾ, ਤੇ ਸਾਡੇ ਇਲਾਕਿਆਂ ਵੱਲੋਂ ਸਿਆਲਕੋਟ, ਗੁਜਰਾਂਵਾਲਾ, ਲਾਹੌਰ ਤੇ ਅਗਾਂ ਕਸੂਰ ਤੱਕ ਆਉਂਦੇ ਆ। ਇੱਥੇ ਦਰਿਆ ਦੇ ਨਾਲ ਨਾਲ ਨਾ ਆਬਾਦੀਆਂ ਬਣ ਗਈਆਂ ਨੇ, ਮੱਝਾਂ ਨਹੀਂ ਲੋਕ ਪਾਲਦੇ। ਲੇਕਿਨ ਇੱਧਰ ਜਿਹੜਾ ਚੂੰਕੇ ਇਲਾਕਾ ਹੈ, ਉਕਾੜਾ, ਸਾਹੀਵਾਲ, ਚੀਚਾ ਵਤਨੀ, ਪਾਕਪਤਨ, ਅੱਗੇ ਬਹਾਵਲ ਨਗਰ, ਹੋਤਾ, ਇਹ ਸਾਰੇ ਜਿਹੜੇ ਇਲਾਕੇ ਨੇ, ਮਿੰਚਨਾਬਾਦ ਦੇ ਕਬੂਲਾ, ਇਹ ਸਾਰੇ ਦਰਿਆ ਦੇ ਨਾਲ ਪੈਂਦੇ ਨੇ। ਕੁਛ ਰਾਵੀ ਤੇ ਪੈਂਦੇ ਨੇ, ਕੁਛ ਨੀਲੀ ਤੇ ਪੈਂਦੇ ਨੇ। ਉੱਥੇ ਜਿਹੜੀਆਂ ਨਾਲ ਜੂਹਾਂ ਨੇ ਨਾ, ਉਹਨਾਂ ਦੀ ਮੱਝ ਬਹੁਤ ਚੰਗੀ ਹੁੰਦੀ ਹੈ। ਤੇ ਜਿਹੜੀ ਮੱਝ ਆਮ ਇਲਾਕੇ 'ਚ ਪਾਲੀ ਜਾਂਦੀ ਹੈ, ਮਤਲਬ ਪਰਾਂ ਨੂੰ ਸਮੁੰਦਰੀ ਤੁਸੀਂ ਟੁਰ ਜਾਓ, ਗੋਜਰੇ ਵੱਲ ਟੁਰ ਜਾਓ, ਝੰਗ ਵੱਲ ਟੁਰ ਜਾਓ, ਮੱਲੂ ਮੋੜ ਵੱਲ ਟੁਰ ਜਾਓ, ਸਰਗੋਧੇ ਵੱਲ ਟੁਰ ਜਾਓ, ਸਿਆਲਕੋਟ, ਸ਼ੇਖੂਪੁਰੇ ਵੱਲ, ਇਹਨਾਂ ਇਲਾਕਿਆਂ ਦੀ ਮੱਝ ਚੰਗੀ ਨਹੀਂ ਹੁੰਦੀ। ਕਿਉਂ ਚੰਗੀ ਨਹੀਂ ਹੁੰਦੀ? ਜਿਹਦੀ ਉੱਥੋਂ ਦੀ ਜੰਮਪਲ ਹੋਏ ਕਿ ਉਹਨੇ ਅੱਛਾ, ਉਹਦਾ ਪਾਣੀ ਉਸ ਤਰ੍ਹਾਂ ਦਾ ਨਹੀਂ, ਉਹਦੀ ਖੁਰਾਕ ਉਸ ਤਰ੍ਹਾਂ ਦੀ ਨਹੀਂ, ਉਹਦਾ ਮਾਹੌਲ ਉਸ ਤਰ੍ਹਾਂ ਦਾ ਨਹੀਂ, ਤੇ ਉਹ ਮੱਝ ਓਡੀ ਨਸਲੀ ਨਹੀਂ ਹੁੰਦੀ। ਹੁਣ ਹੁੰਦਾ ਇੱਥੇ ਕੀ ਹੈ ਜੂ ਦੇ ਵਿੱਚ, ਅਸੀਂ ਮੇਰਾ ਹਾਲੇ 2 ਦਿਨ ਤੋਂ ਆਏ ਆ ਤੇ ਸਿਰਫ ਸਾਨੂੰ 5 ਮੱਝਾਂ ਲੱਭੀਆਂ ਨੇ। 5 ਹੀ ਨਾਸਰ ਭਾਈ ਖਰੀਦੀਆਂ ਨੇ 2 ਦਿਨ ਖੱਜਲ ਹੋ ਕੇ। ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਯਾਰ ਜੰਗਲੀਆਂ ਕੋ ਮੱਝ ਲੱਭਦੀ ਹੈ, ਕੋਈ ਸਿੱਧੀ ਦੇ ਹੜਦਾ ਫੌਰੀ 5 ਲੱਖ ਦੀ ਮੱਝ ਹੋਏ ਤੇ 5 ਦੀ ਦੇ ਹੜਦਾ। ਉਹ ਤਾਂ ਮੁੱਲ ਹੀ 8-9 ਲੱਖ 10 ਲੱਖ ਕਰਨਾ ਹੁੰਦਾ।
ਤੇ ਮੈਂ ਸਹੀ ਨਹੀਂ ਆਂਦਾ ਵੀ ਜੰਗਲੀ ਪਾਗਲ ਹੋ ਗਏ ਨੇ। ਪਾਗਲ ਤਾਂ ਹੋ ਗਏ ਨੇ, ਲੇਕਿਨ ਉਹਨਾਂ ਵੀ ਫਸਮ ਵੀ ਹੁੰਦੀ, ਪਾਲੀ ਹੁੰਦੀ, ਉਹਨਾਂ ਨੂੰ ਤਕਲੀਫ ਹੁੰਦੀ, ਉਹਨਾਂ ਨੂੰ ਬਿਲਕੁਲ ਪੱਠੇ ਪਾਉਣ ਨੂੰ ਸਰ ਦੇ ਠਾੜ ਛੱਡਦੇ ਨੇ ਇਹ ਵੀ ਕੋਲ ਗੱਲ ਠੀਕ ਆ, ਜੰਗਲ ਵਿੱਚ, ਇਹ ਵੀ ਗੱਲ ਠੀਕ ਆ। ਉਹਨਾਂ ਦੇ ਪੈਸੇ ਨਹੀਂ ਪੂਰੇ ਕਰਦੀ ਹੈ। ਬਿਲਕੁਲ ਠੀਕ ਪਰ ਮੁੱਲ ਤੇ ਪੁੱਠਾ ਕਰਦੇ ਨੇ ਨਾ। ਮੁੱਲ ਪੁੱਠਾ ਕਰਨ ਕੀ, ਉਹਨਾਂ ਦਾ ਪੂਰਾ ਨਹੀਂ ਕੰਮ ਹੁੰਦਾ, ਉਹਨਾਂ ਦੇ ਪੱਠੇ ਨਹੀਂ ਪੂਰੇ ਕਰਦੀ, ਵੰਡਾ ਕਿੱਥੋਂ ਖਾਲ ਕਿੱਥੋਂ ਗੱਤਣੋ। ਇਹ ਵੇਖ ਲੋ, ਇਹ ਭਰਾ ਜਿਹੜੇ ਖਰੀਦਦੇ ਨੇ ਰੋਜ਼, ਇਹਨਾਂ ਨੂੰ ਤਕਲੀਫ ਦਾ ਪਤਾ, ਸਾਡੇ ਗੱਲ ਪੈਂਦੇ ਨੇ, ਕਿਉਂ ਪੈਂਦੇ ਨੇ ਕਿ ਸਾਰਾ ਸਾਲ 3-4 ਸਾਲ ਉਹਨੇ ਇੱਕ ਝੋਟੀ ਸੰਭਾਲਣੀ ਹੈ ਤੇ ਉਹਦਾ ਜਾ ਕੇ ਉਹਨਾਂ ਪੈਸੇ ਮੰਗਣੇ ਨੇ, ਲੇਕਿਨ ਫਿਰ ਵੀ 5 ਲੱਖ ਵਾਲੀ ਦਾ ਮੰਗਦੇ, 15 ਲੱਖ ਹੀ ਨੇ, 6 ਲੱਖ ਨਹੀਂ ਮੰਗਦੇ। ਰੁਪਈਆ ਇੱਕ ਨਾਲ ਪੱਠਿਆਂ ਦੀ ਦਾ ਹਾਂ ਇੱਕ ਲਾਓ ਦਾ ਇੱਥੇ ਠੀਕ ਹੈ 14 13 15 16 ਇੱਥੇ ਹੁਣ ਬੰਦੇ ਅਕਸਰ ਕੀ ਕਰਦੇ ਨੇ ਕਿ ਬਗੈਰ ਜੂਹ ਦੀ ਜਿਹੜੀ ਮੱਝ ਹੈ ਨਾ, ਫਰਜ਼ ਕਰੋ ਸਾਡੇ ਸਿਆਲਕੋਟ ਦੀ ਮੱਝ ਹੈ ਨਾ, ਸਿਆਲਕੋਟ ਅਗਰ ਉਹ 4 ਲੱਖ ਦੀ ਹੈ ਨਾ, ਤੇ ਉੱਥੋਂ ਲਿਆ ਕੇ ਇੱਥੇ ਬੰਨ ਲਵੋ ਤੁਸੀਂ ਸਜਰੀ, ਮੇਰਾ ਹਾਲੇ 4 ਲੱਖ ਦੀ ਇੱਥੇ ਜੂਹ 'ਚ ਕਿੰਨੇ ਦੀ ਵਿਕ ਜਾਂਦੀ ਹੈ? ਲੱਖ ਤੋਂ ਵੱਧ ਨਹੀਂ ਵਿਕ ਜਾਂਦੀ, ਵਿਕ ਜਾਂਦੀ ਹੈ ਜੂਹ ਦੀ ਕਰਕੇ, ਝੂਠ ਬੋਲ ਕੇ। ਲੇਕਿਨ ਕਿਉਂਕਿ ਸਾਡਾ ਦਿਨ ਰਾਤ ਦਾ ਇਹੀ ਕੰਮ ਹੈ, ਇੱਕ ਆਮ ਬੰਦਾ ਨਹੀਂ ਪਹਿਚਾਨ ਕਰ ਸਕਦਾ ਜੂਹ ਦੀ ਮੱਝ ਦੀ ਤੇ ਜਿਹੜੀ ਮੱਝ ਬਗੈਰ ਜੂਹ ਦੀ ਹੈ। ਅਸੀਂ ਵੀ ਕਿਸੇ ਨੂੰ ਮੇਰਾ ਖਿਆਲ ਇਹ ਸਮਝਾ ਹੀ ਨਹੀਂ ਸਕਦੇ। ਮੱਝ ਦੀ ਰੰਗਤ, ਮੱਝ ਦੇ ਪੈਰ, ਮੱਝ ਦਾ ਮੂੰਹ, ਮੱਝ ਦਾ ਖਾਣ ਦਾ ਜਿਹੜਾ ਨਿਜ਼ਾਮ ਹੈ, ਮੱਝ ਦੇ ਨਿਸ਼ਾਨ ਸਾਰੇ, ਉਹ ਸਾਰੀਆਂ ਚੀਜ਼ਾਂ ਵੇਖ ਕੇ ਤੇ ਪਤਾ ਲੱਗਦਾ ਕਿ ਮੱਝ ਜੂਹ ਦੀ ਹੈ ਕਿ ਬਗੈਰ ਜੂਹ ਦੀ। ਉਹ ਸਿਰਫ ਤਜਰਬੇ ਦੇ ਨਾਲ ਤੁਹਾਨੂੰ ਪਤਾ ਲੱਗ ਸਕਦਾ। ਉਸ ਤਰ੍ਹਾਂ ਨਹੀਂ, ਇੱਥੇ ਵੀ ਲੋਕ ਇਸ ਤਰ੍ਹਾਂ ਹੀ ਹੁਣ ਕਰਦੇ ਨੇ 2 ਨੰਬਰੀ ਦਾ ਪਾਠ ਕਿ ਮੰਡੀਆਂ ਚੋਂ ਮੱਲੂ ਮੋੜੀਆਂ ਗੋਜਰੇ ਵਾਲੇ ਜਿਹੜਾ ਇਲਾਕਾ ਜਾਂ ਝੰਗ ਵਾਲਾ ਜਾਂ ਸਰਗੋਧੇ ਵਾਲਾ, ਉੱਥੋਂ ਲਿਆ ਕੇ ਤੇ ਜੂਹ ਦੇ ਵਿੱਚ ਬੰਨ ਕੇ ਤੇ ਜੂਹ ਦੀ ਕਰਕੇ ਨਵੇਂ ਬੰਦਿਆਂ ਨੂੰ ਉਹ ਸੇਲ ਆਊਟ ਕਰ ਦਿੰਦੇ ਨੇ। ਤੇ ਅਸੀਂ ਮੇਰਾ ਖਿਆਲ ਆਇਆ ਇੱਕ ਵੀ ਮੱਝ ਭਾਈ ਨਾਸਰ 5 ਲੱਖ ਤੋਂ ਥੱਲੇ ਨਹੀਂ ਖਰੀਦੀ, ਨਹੀਂ ਉੱਤੇ ਖਰੀਦੀ। ਤੇ ਜਿਹੜੇ ਲੋਕ ਸਾਡੇ ਨਾਲ 3, 2.5, 3.5, 4, 4.5 ਵਾਲੇ ਰਾਬਤਾ ਕਰਦੇ ਨੇ, ਉਹ ਨਾ ਰਾਬਤਾ ਕਰਿਆ ਕਰੋ ਕਿਉਂਕਿ ਸਾਡਾ ਅੱਛੀ ਮੱਝ ਦਾ ਕੰਮ ਹੈ। ਮਾੜੀ ਮੱਝ 3.5, 4 ਲੱਖ ਦੀ ਲੈ ਕੇ ਇੱਥੋਂ ਬਗੈਰ ਜੂਈ ਜਾਂ ਆਪਣੇ ਇਲਾਕੇ 'ਚੋਂ ਫੜ ਕੇ ਦੇ ਕੇ ਤੇ ਅਸੀਂ ਅਗਰ ਸੇਲ ਕਰਕੇ ਕੱਲ ਨੂੰ ਲਾਮੇ ਲੈਣੇ ਨੇ, ਬਿਜ਼ਤ ਹੋਣਾ, ਤੇ ਇੱਜ਼ਤ ਦੀ ਜਿਹੜੀ ਹੈ ਨਾ ਰੋਜ਼ੀ ਤੇ ਰਿਜ਼ਕ, ਉਹਦੇ ਨਾਲ ਦੀ ਦੁਨੀਆ ਤੇ ਗੱਲ ਕੋਈ ਨਹੀਂ। ਜਦੋਂ ਭਰਾ ਇੱਜ਼ਤ ਕਰਦੇ ਨੇ, ਪੈਸਾ ਨਹੀਂ ਵੇਖੀਦਾ। ਅਸੀਂ ਅਗਰ 8 ਲੱਖ ਦੀ ਲੈ ਲਈਏ, 10 ਲੱਖ ਦੀ ਲੈ ਲਈਏ, ਅਗਲੇ ਨੂੰ 11 ਦੀ ਦੇਤੀ ਹੈ, 12 ਦੀ ਦੇਤੀ ਹੈ, 15 ਦੀ ਦੇਤੀ ਹੈ, ਜਿੰਨਾ ਵੀ ਨਫਾ ਲੈ ਲਿਆ ਜਾਂ ਨਹੀਂ ਨਫਾ ਲਿਆ ਜਾਂ ਘਾਟਾ ਖਾ ਕੇ ਦੇਤਾ, ਚੰਗੀ ਚੀਜ਼ ਦਾ ਕਦੇ ਜ਼ਿੰਦਗੀ 'ਚ ਲਾਮਾ ਨਹੀਂ ਆਉਂਦਾ। ਅਸੀਂ ਜਿੰਨੇ ਅੱਜ ਤੱਕ ਇੱਥੇ ਮੱਝਾਂ ਦੇ ਪੈਸੇ ਭਰੇ ਨੇ, ਕੋਈ ਯਾਦ ਨਹੀਂ ਭੁੱਲ ਜਾਂਦਾ, ਜਿਹੜਾ ਖੜਦਾ ਉਹ ਵੀ ਭੁੱਲ ਜਾਂਦਾ। ਯਾਦ ਚੀਜ਼ ਰਹਿੰਦੀ ਹੈ ਕਿ ਜਿਹੜੀ ਮੱਝ ਖੜੀ ਹੈ, ਜਿਹੜੀ ਗਾਂ ਖੜੀ ਹੈ, ਉਹ ਚੰਗੀ ਨਿਕਲੀ ਹੈ ਕਿ ਉਹ ਮਾੜੀ ਨਿਕਲੀ ਹੈ, ਠੀਕ ਹੈ, ਉਹਦਾ ਹੀ ਸਾਰੀ ਚੀਜ਼ ਹੁੰਦੀ ਹੈ। ਤੇ ਜੇ ਖੋਟੀਆਂ ਲੈ ਕੇ 3, 3.5, 4 ਤੱਕ ਵੇਚਣ ਲੱਗ ਪਓ, ਤੇ ਉਹਦਾ ਜਿਹੜਾ ਨਾ ਮਾਹੌਲ ਨਹੀਂ ਉਹ ਸੈੱਟ ਹੁੰਦਾ। ਇੱਥੇ ਹੁਣ ਬਾਹਰ 'ਚ ਆਇਆ, ਦਰਮਿਆਨੀ ਜੀ ਜਿਹੜੀ ਮੱਝ ਹੈ ਨਾ, ਉਹ ਭਾਈ ਨਾਸਰ ਕਿੰਨੇ ਤੱਕ ਮਿਲਦੀ? ਜਿਹੜੀ ਦਰਮਿਆਨੀ ਜੀ ਮੱਝ ਹੈ 5.5, 5, 5.5, 5.5 ਦਰਮਿਆਨੀ ਜਿਹੜੀ ਮੱਝ, ਜਿਹੜੀ ਚੰਗੀ ਮੱਝ 8-9 ਲੱਖ ਦੀ, 10 ਲੱਖ ਦੀ। ਤੇ ਉਹ ਹੁਣ ਜਿਹੜੀ 8-9, 10 ਲੱਖ ਦੀ ਮੱਝ, ਉਹ ਹਰ ਬੰਦੇ ਦੀ ਸਮਝ 'ਚ ਨਹੀਂ ਆਉਂਦੀ। ਸਾਡਾ ਕੰਮ ਹੀ ਜਿਹੜਾ ਉਹ ਚੰਗੀਆਂ ਮੱਝਾਂ ਦਾ ਹੈ। ਹੁਣ ਸਾਨੂੰ ਅੱਲਾ ਦਾ ਫਜ਼ਲ ਇੰਨਾ ਕਿ ਪਹਿਚਾਨ ਚੰਗੀ ਹੈ ਕਿ ਅਸੀਂ ਹੁਣ ਆਪਣੇ ਕੋਲ, ਸਾਡੇ ਕੋਲ ਮੰਡੀ ਲੱਗਦੀ ਹੈ ਜਾਂ ਇੱਧਰ ਚੀਚਾ ਵਤਨੀ, ਆਰਫ ਵਤਨੀ, ਆਰਫ ਵਾਲਾ, ਪਾਕਪਤ, ਸਾਰੀਆਂ ਜਿਹੜੀਆਂ ਮੰਡੀਆਂ ਲੱਗਦੀਆਂ ਨੇ, ਉਹਨਾਂ 'ਚ ਅੱਧਿਓਂ ਜ਼ਿਆਦਾ ਮਾਲ ਜੂਹ ਦਾ ਹੁੰਦਾ। ਕਈ ਮਾਲ ਐਸਾ ਵੀ ਹੁੰਦਾ ਜਿਹੜਾ ਜੂਹ ਦਾ ਨਹੀਂ ਹੁੰਦਾ, ਲੇਕਿਨ ਉਹ ਆਮ ਬੰਦੇ ਲਈ ਪਹਿਚਾਨਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ। ਇਸ ਲਈ ਆਮ ਬੰਦਾ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਅੱਛੀ ਚੀਜ਼ ਲੈਣੀ ਹੈ, ਮੱਝ ਲੈਣੀ ਹੈ, ਮੱਝ ਦਾ ਸ਼ੌਕ ਕਰਨਾ, ਤੇ ਮੱਝ ਜੂਹ ਦੀ ਹੋਏ, ਬਾਰ ਦੀ ਹੋਏ, ਚਾਹੇ ਉਹ ਨੀਲੀ ਦੀ ਹੋਏ, ਚਾਹੇ ਉਹ ਰਾਵੀ ਦੀ ਹੋਏ, ਦੋਵੇਂ ਹੀ 12 ਬਹੁਤ ਅੱਛੀਆਂ। ਬਸ ਮਕਸਦ ਇਹ ਵੇ ਕਿ ਦਰਿਆ ਦਾ ਇਲਾਕਾ ਜਿਹੜਾ ਨਾ, ਉਹਦੀ ਮੱਝ ਪਲੀ ਹੋਏ ਤੇ ਮੱਝ ਸੂਆ ਚੰਗਾ ਲਵਾਉਂਦੀ ਹੈ, ਮੱਝ ਦੀ ਅੱਗੋਂ ਬਰੀਡ ਚੰਗੀ ਹੁੰਦੀ ਹੈ, ਮੱਝ ਦੁੱਧ ਲੰਮਾ ਤੇ ਚੰਗਾ ਦਿੰਦੀ ਹੈ। ਲਾਲਾ ਜੀ ਆਇਓ ਉਰਾ ਅੰਦਰ, ਤੁਸੀਂ ਵੀ ਲੰਘ ਆਓ, ਲੰਘ ਆਓ ਉਰਾ ਆਓ ਇੱਧਰ। ਉਸ ਤੋਂ ਬਾਅਦ ਜਿਹੜਾ ਨਾ, ਜਿਹੜੇ ਭਾਈ 3.5, 4 ਜਾਂ ਲੱਖ ਵਾਲੀ ਮੱਝ ਡਿਮਾਂਡ ਕਰਦੇ ਨੇ, ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਮੱਝ ਤੋਂ ਇਲਾਵਾ ਉਹ ਦੁੱਧ ਮੁੱਲ ਲੈ ਕੇ ਪੀ ਲੈਣ। ਹਾਲਾਂ 4 ਲੱਖ ਦਾ ਦੁੱਧ ਰੋਜ਼ ਦਾ 5 ਕਿਲੋ ਵੀ ਪੀ ਵੀ ਹੈ ਤੇ 2-3 ਸਾਲ ਜਿਹੜੇ ਨੇ ਉਹ ਲੰਘ ਜਾਂਦੇ ਨੇ, ਉਹ ਉਹਨਾਂ ਲਈ ਬਿਹਤਰ ਨੇ ਮੱਝ ਲੈਣ ਨਾਲੋਂ। ਇਸ ਲਈ ਅੱਛੀ ਬਰੀਡ ਤੇ ਕੰਮ ਕਰਨਾ ਚਾਹੀਦਾ, ਤੇ ਉਹਦੇ ਵਿੱਚ ਹੀ ਫਾਇਦਾ ਹੈ ਤੇ ਬਰਕਤ ਹੈ। ਤੇ ਬਾਕੀ ਇੱਥੇ ਆ ਕੇ ਯਕੀਨ ਮੰਨੋ ਕਿ ਪਿੰਡ ਜਿਹੜੀ ਚੱਸ ਹੈ ਉਹ ਆਪਣੇ ਵੀ ਹੁੰਦੀ ਹੈ, ਲੇਕਿਨ ਇੱਥੇ ਆ ਕੇ ਉਦੋਂ ਕੋ 10 ਗੁਣਾ ਬਹੁਤੀ ਚੱਸ ਹੁੰਦੀ ਹੈ। ਇਹਨਾਂ ਜੀਆਂ ਦੇ ਵਿੱਚ ਬਹਿ ਕੇ ਰੌਣਕ ਮਾਹੌਲ ਇੱਕ ਵੱਖਰਾ ਹੀ ਮਿਲਦਾ। ਲਾਲਾ ਜੀ ਉਰਾ ਆਓ ਅੰਦਰ, ਤੁਹਾਡੀ ਗੱਲ ਇੱਕ ਸੁਣਾਣੀ ਹੈ। ਇੱਧਰ ਆਓ, ਲੰਘ ਕੇ ਅੰਦਰ ਆਈ ਜਾਵੋ। ਲਓ ਜੀ, ਲਾਲਾ ਇੱਕ ਬਾਹਰ ਆਇਆ, ਝੱਕਦਾ ਪਿਆ। ਉਰਾ ਅੰਦਰ ਆਓ, ਇੰਜ ਨਹੀਂ ਚੱਸ ਆਉਣੀ। ਆਈਓ ਉਰਾ ਲੰਘ ਆਓ। ਮੁਹੱਬਤ ਦੀ ਤੁਹਾਨੂੰ ਗੱਲ ਦੱਸਣਾ ਕਿ ਮੈਂ ਕੱਲ, ਮੇਰਾ ਖਿਆਲ ਇੱਧਰ ਆਓ ਮੇਰੇ ਲਾਗੇ, ਉੱਤੋਂ ਦੀ ਉਰਾ ਆ ਜਾਵੋ। ਮੈਂ ਬਾਹਰ ਮੈਸੇਜ ਸੁਣਨਾ ਹਾਂ, ਇੱਥੇ ਨੈਟ ਆਉਂਦੇ ਨੇ ਬਾਹਰ ਸੜਕ ਤੇ ਉਹ ਸਾਰਿਆਂ ਮੈਸੇਜਾਂ ਨੂੰ ਫਿਰ ਜਵਾਬ ਦੇਣੇ ਹੁੰਦੇ ਨੇ ਇੱਥੇ ਬਹਿ ਕੇ। ਤੇ ਇੱਥੇ ਮੇਰੇ ਪੈਰ ਇੰਨੇ ਠਰ ਗਏ ਨੇ, ਮੈਂ ਅੰਦਰ ਆ ਕੇ ਬੈਠਾ। ਇੱਥੇ ਲਾਲਾ ਹਬੀਬ ਇਹ ਭਾਰ ਹੀ ਸੁੱਤੇ ਹਨ, ਤੇ ਇੰਨੀ ਚਾਹਤ ਹੁੰਦੀ ਆ। ਮੈਂ ਚੰਗਾ ਭਲਾ ਵਾ ਨਾ, ਮੈਨੂੰ ਕੋਈ ਕੁੱਤਾ ਪੈਣ ਡਿਆ ਨੇ, ਨਹੀਂ ਲਾਲੇ ਹੋਰਾਂ ਨੇ ਪੂਰੀ ਮੁਹੱਬਤ ਕੀਤੀ। ਉਹਨਾਂ ਆਖਿਆ ਯਾਰ ਤੈਨੂੰ ਮੈਂ ਘਰ ਛੱਡ ਕੇ ਆਉਣਾ, ਤੂੰ ਬਹਿ। ਮੈਂ ਨਹੀਂ, ਮੈਂ ਟੁਰ ਜਾਵਾਂਗਾ। ਫਿਰ ਉਹਨਾਂ ਨੇ ਸੋਟਾ ਇੱਕ ਫੜਾਇਆ ਮੈਨੂੰ ਕਿ ਤੂੰ ਲੈ ਜਾ, ਤੇ ਜਾ ਕੇ ਕੋਈ ਕੁੱਤਾ ਸ਼ੁੱਤਾ ਜੇ ਪਵੇਗਾ
ਤੇ ਉਹਨੂੰ ਰਾਹ ਚ ਮਾਰੀ ਤੇ ਉਹ ਕੁੱਤਾ ਸ਼ੁਤਾ ਤੇ ਕੋਈ ਨਹੀਂ ਪਿਆ। ਮੈਂ ਜਾ ਕੇ ਇਹਨਾਂ ਦਾ ਇਲਾਜ ਕੀਤਾ ਰਾਤ। ਬਾਕੀ ਵੀਡੀਓ ਅੱਛੀ ਲੱਗੇ ਤੇ ਸ਼ੇਅਰ ਲਾਜ਼ਮੀ ਕਰਿਓ। ਜੇ ਹੋਰ ਭਾਈ ਨਾਸਰ ਕੋਈ ਗੱਲ ਕਰਨੀ ਹੋਏ ਨਹੀਂ ਕੋਈ ਨਹੀਂ, ਕਿਸੇ ਤਰ੍ਹਾਂ ਦੀ, ਇਹ ਲਾਲੇ ਸਾਰੇ ਹੀ ਖਾਲੀ ਨੰਦੇ ਕਣ ਬੁੜੀਆਂ ਚਾਹੀਦੀਆਂ ਨੇ ਬਸ 5-7